ਸਾਰੇ ਬੱਚਿਆਂ ਦਾ ਪੰਜਾਬੀ ਦੀ ਜਮਾਤ ਵਿੱਚ ਸਵਾਗਤ ਹੈ। ਲੈਸਨ 19 1857 ਈਸਵੀ ਦੇ ਗਦਰ ਵਿੱਚ ਹਰਿਆਣੇ ਦਾ ਯੋਗਦਾਨ। ਜਿਹੜੀ ਆਜ਼ਾਦੀ ਸਾਨੂੰ 15 ਅਗਸਤ 1947 ਨੂੰ ਮਿਲੀ, ਉਸ ਲਈ ਸਾਡੇ ਦੇਸ਼ ਭਗਤਾਂ ਨੇ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ। ਦੇਸ਼ ਦੀ ਆਜ਼ਾਦੀ ਲਈ 1857 ਦਾ ਗਦਰ ਪਹਿਲਾ ਜਥੇਬੰਦਕ ਅੰਦੋਲਨ ਸੀ। ਭਾਵੇਂ ਇਹ ਬਗਾਵਤ ਜਨਵਰੀ 1857 ਵਿੱਚ ਚਰਬੀ ਵਾਲੇ ਕਾਰਤੂਸਾਂ ਦੀ ਅਫਵਾਹ ਨਾਲ ਸ਼ੁਰੂ ਹੋਈ, ਪਰ ਕਿਸਾਨ ਵੀ ਈਸਟ ਇੰਡੀਆ ਕੰਪਨੀ ਦੀ ਲਗਾਨ ਦਰ ਤੇ ਵਸੂਲੀ ਦੇ ਤਰੀਕਿਆਂ ਤੋਂ ਬਹੁਤ ਹੀ ਦੁਖੀ ਸਨ। ਦਸਤਕਾਰੀ ਅਤੇ ਛੋਟੇ ਉਦਯੋਗ ਧੰਦੇ ਕੰਪਨੀਆਂ ਦੀਆਂ ਨੀਤੀਆਂ ਕਾਰਨ ਬਰਬਾਦ ਹੋ ਰਹੇ ਸਨ। ਇਸ ਲਈ ਆਪ ਲੋਕਾਂ ਵਿੱਚ ਅੰਗਰੇਜ਼ਾਂ ਵਿਰੁੱਧ ਰੋਸ ਅਤੇ ਗੁੱਸਾ ਸੀ। ਅੰਗਰੇਜ਼ ਸਰਕਾਰ ਨੇ ਇਸ ਨੂੰ ਸਿਰਫ ਫੌਜੀ ਬਗਾਵਤ ਜਾਂ ਦੇਸੀ ਰਾਜਿਆਂ ਦਾ ਵਿਦਰੋਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਸ ਤਰ੍ਹਾਂ ਇਸ ਬਗਾਵਤ ਵਿੱਚ ਬਾਗੀ ਫੌਜੀਆਂ ਦੇ ਨਾਲ-ਨਾਲ ਆਮ ਲੋਕਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਉਸ ਤੋਂ ਪਤਾ ਲੱਗਦਾ ਹੈ ਕਿ 1857 ਦੀ ਬਗਾਵਤ ਸਾਡੇ ਦੇਸ਼ ਦਾ ਪਹਿਲਾ ਸੁਤੰਤਰ ਸੰਗਰਾਮ ਸੀ। ਸਾਡੇ ਸੂਬੇ ਹਰਿਆਣੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਅੰਗਰੇਜ਼ੀ ਹਕੂਮਤ ਵਿਰੁੱਧ ਬਗਾਵਤ ਕੀਤੀ। ਸੂਬੇ ਦੀਆਂ ਕਈ ਦੇਸੀ ਰਿਆਸਤਾਂ ਨੇ ਵੀ ਅੰਗਰੇਜ਼ੀ ਫੌਜਾਂ ਨਾਲ ਲੋਹਾ ਲਿਆ। ਝੱਜਰ ਦੀ ਰਿਆਸਤ ਉਸ ਸਮੇਂ ਸਭ ਤੋਂ ਵੱਡੀ ਰਿਆਸਤ ਸੀ ਅਤੇ ਅਬਦੁਲ ਰਹਿਮਾਨ ਖਾਨ ਉਸ ਦਾ ਨਵਾਬ ਸੀ। ਪਹਿਲਾਂ ਤਾਂ ਉਹ ਅੰਗਰੇਜ਼ਾਂ ਦਾ ਵਫ਼ਾਦਾਰ ਰਿਹਾ, ਪਰ ਲੋਕਾਂ ਦੀ ਬਗਾਵਤ ਅਤੇ ਦਿੱਲੀ ਦੇ ਬਾਦਸ਼ਾਹ ਕਾਰਨ ਉਹ ਵੀ ਵਿਦਰੋਹ ਵਿੱਚ ਸ਼ਾਮਿਲ ਹੋ ਗਿਆ। ਉਸ ਨੇ ਬਹਾਦਰ ਸ਼ਾਹ ਦੀ ਮਦਦ ਲਈ ਫੌਜ ਵੀ ਭੇਜੀ ਅਤੇ ਪੈਸੇ ਵੀ ਦਿੱਤੇ। ਉਸ ਨੇ ਬਾਗੀਆਂ ਦੀ ਵੀ ਮਦਦ ਕੀਤੀ। ਦਿੱਲੀ ਦੇ ਬਾਦਸ਼ਾਹ ਨੇ ਕੈਦ ਕਰਨ ਤੋਂ ਬਾਅਦ ਅੰਗਰੇਜ਼ੀ ਫੌਜ ਨੇ ਝੱਜਰ ਤੇ ਹਮਲਾ ਕਰ ਦਿੱਤਾ। ਨਵਾਬ ਦੀ ਫੌਜ ਬੜੀ ਬਹਾਦਰੀ ਨਾਲ ਲੜੀ, ਪਰ ਅੰਗਰੇਜ਼ਾਂ ਨੇ ਨਵਾਬ ਨੂੰ ਗ੍ਰਿਫਤਾਰ ਕਰ ਲਿਆ, ਉਸ ਦਾ ਸਾਰਾ ਖਜ਼ਾਨਾ ਲੁੱਟ ਲਿਆ। ਨਵਾਬ ਤੇ ਮੁਕੱਦਮਾ ਚਲਾ ਕੇ ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਫਾਂਸੀ ਦੇ ਦਿੱਤੀ। ਝੱਜਰ ਦੇ ਨਾਲ ਲੱਗਦੇ ਰੋਹਤਕ ਸ਼ਹਿਰ ਅਤੇ ਅਨੇਕ ਪਿੰਡਾਂ ਵਿੱਚ ਲੋਕਾਂ ਨੇ ਵਿਦਰੋਹ ਕੀਤਾ। ਇੱਥੇ ਵੀ ਸੈਂਕੜੇ ਦੇਸ਼ ਭਗਤ ਮਾਰੇ ਗਏ। ਦਿੱਲੀ ਦੇ ਨਜ਼ਦੀਕ ਹੋਣ ਕਰਕੇ ਗੁੜਗਾਂਵ ਜ਼ਿਲ੍ਹੇ ਵਿੱਚ ਵੀ ਕਈ ਥਾਈਂ ਬਗਾਵਤ ਹੋਈ। ਇੱਥੇ ਫਰੂਖਨਗਰ ਇੱਕ ਛੋਟੀ ਜਿਹੀ ਰਿਆਸਤ ਸੀ ਅਤੇ ਅਹਿਮਦ ਅਲੀ ਗੁਲਾਮ ਇਸ ਦੇ ਨਵਾਬ ਸਨ। ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਦੇਸ਼ ਦਾ ਰਾਜਾ ਮੰਨਦੇ ਹੋਏ ਉਹਨਾਂ ਦੀ ਮਦਦ ਲਈ ਫੌਜ ਦੀ ਟੁਕੜੀ ਭੇਜੀ। ਰਿਆਸਤ ਦੇ ਲੋਕ ਵੀ ਅੰਗਰੇਜ਼ਾਂ ਵਿਰੁੱਧ ਹੋ ਗਏ। ਅੰਗਰੇਜ਼ ਜਨਰਲ ਸਵਾਰ ਨੇ ਗੁੜਗਾਂਵ ਦੇ ਵਿਦਰੋਹ ਨੂੰ ਦਬਾਉਣ ਤੋਂ ਬਾਅਦ
ਫੁਰਖ ਖਾਂ ਨਗਰ ਦੇ ਕਿਲੇ 'ਤੇ ਹਮਲਾ ਕਰ ਦਿੱਤਾ। ਨਵਾਬ ਦੀ ਫੌਜ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ, ਪਰ ਅੰਗਰੇਜ਼ਾਂ ਦੀ ਵਿਸ਼ਾਲ ਫੌਜ ਅਤੇ ਤੋਪਨਾਥ ਦੇ ਸਾਹਮਣੇ ਉਹ ਟਿਕ ਨਾ ਸਕੇ। ਇਸ ਲੜਾਈ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ। ਅੰਗਰੇਜ਼ਾਂ ਨੇ ਨਵਾਬ ਨੂੰ ਗ੍ਰਿਫਤਾਰ ਕਰਕੇ ਲਾਲ ਕਿਲੇ ਵਿੱਚ ਕੈਦ ਕਰ ਲਿਆ। ਉਹਨਾਂ ਨੇ ਦੇਸ਼ ਭਗਤ ਨਵਾਬ ਨੂੰ ਦਿੱਲੀ ਵਿੱਚ 23 ਜਨਵਰੀ 1858 ਨੂੰ ਚਾਂਦਨੀ ਚੌਕ ਵਿੱਚ ਕੋਤਵਾਲੀ ਦੇ ਸਾਹਮਣੇ ਫਾਂਸੀ ਲਾ ਦਿੱਤਾ। ਫੁਰਖ ਨਗਰ ਦਾ ਕਿਲਾ, ਜਿਹੜਾ ਕਿ ਹੁਣ ਖੰਡਰ ਬਣ ਚੁੱਕਿਆ ਹੈ, ਅੱਜ ਵੀ ਬਗਾਵਤ ਦੀ ਕਹਾਣੀ ਕਹਿ ਰਿਹਾ ਹੈ ਕਿ ਨਾਲ ਲੱਗਦੇ ਜ਼ਿਲ੍ਹੇ ਮੇਵਾਤ ਦੇ ਲੋਕ ਬਹੁਤ ਹੀ ਬਹਾਦਰੀ ਨਾਲ ਅੰਗਰੇਜ਼ਾਂ ਖਿਲਾਫ ਲੜੇ ਅਤੇ ਹਜ਼ਾਰਾਂ ਹੀ ਲੋਕ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਇਸ ਇਲਾਕੇ ਦੇ ਕਈ ਪਿੰਡਾਂ ਨੂੰ ਵੀ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਦਿੱਲੀ ਦੇ ਦੱਖਣ ਵਿੱਚ ਬੱਲਭਗੜ੍ਹ ਇੱਕ ਛੋਟੀ ਜਿਹੀ ਰਿਆਸਤ ਸੀ। ਨਾਹਰ ਸਿੰਘ ਉੱਥੋਂ ਦਾ ਰਾਜਾ ਸੀ। ਉਹ 1839 ਵਿੱਚ ਗੱਦੀ 'ਤੇ ਬੈਠਿਆ ਸੀ। ਅੰਗਰੇਜ਼ਾਂ ਨੇ ਉਸ ਦੀ ਰਿਆਸਤ ਦੇ ਬਹੁਤ ਸਾਰੇ ਪਿੰਡ ਖੋਹ ਲਏ ਸਨ। ਇਸ ਕਰਕੇ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਗੁੱਸਾ ਸੀ। ਜਦੋਂ ਬਾਗੀ ਫੌਜੀਆਂ ਦਾ ਦਿੱਲੀ 'ਤੇ ਕਬਜ਼ਾ ਹੋ ਗਿਆ ਤਾਂ ਨਾਹਰ ਸਿੰਘ ਨੇ ਵੀ ਬਗਾਵਤ ਕਰ ਦਿੱਤੀ। ਉਸ ਨੇ ਬਹਾਦਰ ਸ਼ਾਹ ਜ਼ਫਰ ਨੂੰ ਚਿੱਠੀ ਲਿਖ ਕੇ ਮਦਦ ਦਾ ਭਰੋਸਾ ਦਿੱਤਾ। ਘੋੜ ਸਵਾਰਾਂ ਅਤੇ ਫੌਜੀਆਂ ਦੀਆਂ ਟੁਕੜੀਆਂ ਵੀ ਦਿੱਲੀ ਭੇਜ ਦਿੱਤੀਆਂ। ਨਾਹਰ ਸਿੰਘ ਦੀ ਨਾਕੇਬੰਦੀ ਬਹੁਤ ਹੀ ਮਜ਼ਬੂਤ ਸੀ। ਇਸ ਕਰਕੇ ਅੰਗਰੇਜ਼ ਫੌਜ ਇਸ ਪਾਸਿਓਂ ਦਿੱਲੀ ਵਿੱਚ ਨਹੀਂ ਸੀ ਜਾ ਸਕਦੀ। ਅੰਗਰੇਜ਼ ਫੌਜ ਨੇ ਜਨਰਲ ਸਵਾਰ ਦੀ ਅਗਵਾਈ ਹੇਠ ਬੱਲਭਗੜ੍ਹ 'ਤੇ ਹਮਲਾ ਕਰ ਦਿੱਤਾ। ਇੱਥੋਂ ਹੋਏ ਭਾਰੀ ਯੁੱਧ ਦੌਰਾਨ ਹੀ ਅੰਗਰੇਜ਼ਾਂ ਨੇ ਚਾਲਾਕੀ ਨਾਲ ਨਾਹਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮੁਕੱਦਮੇ ਦਾ ਨਾਟਕ ਰਚ ਕੇ ਉਸ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਉਜਾੜ ਦਿੱਤਾ ਗਿਆ। ਉਸ ਦੀ ਸਾਰੀ ਜਾਇਦਾਦ ਜ਼ਬਤ ਕਰਕੇ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਗਰਦਾਰਾਂ ਵਿੱਚ ਵੰਡ ਦਿੱਤੀ ਗਈ। ਇਸ ਲੈਸਨ ਨੂੰ ਪੜ੍ਹੋ ਤੇ ਸਮਝੋ।